ਹੈਲੋ ਸਟੂਡੈਂਟਸ, ਅੱਜ ਅਸੀਂ 12th ਕਲਾਸ ਦੀ 4th ਪੋਇਮ ਇੰਗਲਿਸ਼ ਦੇ ਵਿੱਚ ਵਨਸ ਅਪੋਨ ਅ ਟਾਈਮ ਨੂੰ ਡਿਸਕਸ ਕਰਾਂਗੇ। ਵਨਸ ਅਪੋਨ ਅ ਟਾਈਮ ਪੋਇਮ ਦੇ ਪੋਇਟ ਗੈਬਰੀਅਲ ਓਕਾਰਾ, ਜੋ ਕਿ ਇੱਕ ਨਾਈਜੀਰੀਅਨ ਪੋਇਟ ਹੈ, ਉਹਨਾਂ ਨੇ ਇਸ ਪੋਇਮ ਦੇ ਵਿੱਚ ਜੋ ਲਿਖਿਆ ਕਿ ਬਚਪਨ ਦੇ ਵਿੱਚ ਜੋ ਇਨੋਸੈਂਸ ਹੁੰਦੀ ਹੈ, ਇਨੋਸੈਂਟ ਹੁੰਦੇ ਹਾਂ ਅਸੀਂ, ਉਹ ਜਿਉਂ-ਜਿਉਂ ਵੱਡੇ ਹੋ ਜਾਂਦੇ ਹਾਂ ਅਤੇ ਦਿਖਾਵੇ ਦੀ ਦੁਨੀਆ ਦੇ ਵਿੱਚ ਰਹਿ ਜਾਂਦੇ ਹਾਂ। ਬਚਪਨ ਦੇ ਵਿੱਚ ਜੋ ਭੋਲਾਪਨ ਹੁੰਦਾ ਹੈ ਉਹ ਗੁੰਮ ਜਾਂਦਾ ਹੈ ਔਰ ਅਸੀਂ ਪਖੰਡ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਹਾਂ। ਦੋਨੋਂ ਹੀ ਸਟੇਜਸ ਨੂੰ ਕੰਪੇਅਰ ਕੀਤਾ ਹੈ ਔਰ ਇਸ ਪੋਇਮ ਦੀ ਫਸਟ ਲਾਈਨ ਦੇ ਵਿੱਚ ਜੋ ਪੋਇਟ ਸਟਾਰਟ ਕਰਦਾ ਹੈ, ਵਨਸ ਅਪੋਨ ਏ ਟਾਈਮ ਸਨ। ਤੋ ਸਨ ਇੱਥੋਂ ਅਸੀਂ ਸਮਝ ਸਕਦੇ ਹਾਂ, ਇਟ ਇਜ਼ ਅੰਡਰਸਟੂਡ ਕਿ ਇੱਕ ਪੋਇਟ ਆਪਣੇ ਬੇਟੇ ਦੇ ਨਾਲ ਗੱਲ ਕਰਦਾ ਪਿਆ, ਫਾਦਰ ਆਪਣੇ ਬੇਟੇ ਦੇ ਨਾਲ ਗੱਲ ਕਰਦਾ। ਅਗਰ ਕੁਐਸਚਨ ਪੁੱਟ ਹੁੰਦਾ ਹੈ ਕਿ ਕੌਣ ਕਿਹਨੂੰ ਇਹ ਪੋਇਮ ਦੇ ਵਿੱਚ ਬੋਲਦਾ ਪਿਆ, ਹੂ ਇਜ਼ ਸਪੀਕ ਟੂ ਹੋਮ, ਦੈਨ ਯੂ ਕੈਨ ਰਾਈਟ ਦਾ ਆਨਸਰ ਦੈਟ ਫਾਦਰ ਇਜ਼ ਸਪੀਕਿੰਗ ਟੂ ਹਿਜ਼ ਸਨ। ਔਰ ਇੱਥੇ ਇਸ ਪੋਇਮ ਦੇ ਵਿੱਚ ਕੰਪੈਰੀਜ਼ਨ ਕੀਤਾ ਹੈ ਦੋਨੋਂ ਸਟੇਜਸ ਦਾ ਕਿ ਪਾਸਟ ਵਿੱਚ ਕੀ ਸੀਗਾ, ਲੋਕ ਇੱਕ ਦੂਸਰੇ ਨੂੰ ਮਿਲਦੇ ਸੀ ਅਤੇ ਆਪਣੱਤ ਦੇ ਨਾਲ ਮਿਲਦੇ ਸੀ, ਇੱਕ ਦੂਸਰੇ ਦੇ ਨਾਲ ਜੋ ਬਿਹੇਵੀਅਰ ਹੁੰਦਾ ਸੀ ਜਾਂ ਪਿਆਰ ਹੁੰਦਾ ਸੀ ਉਹ ਸੱਚਾ ਹੁੰਦਾ ਸੀ। ਲੇਕਿਨ ਅੱਜ ਦੇ ਟਾਈਮ ਸਿਰਫ ਔਰ ਸਿਰਫ ਦਿਖਾਵਾ ਹੈ। ਅਗਰ ਇੱਕ ਦੂਸਰੇ ਨੂੰ ਮਿਲਦੇ ਵੀ ਹਾਂ ਅਤੇ ਉਹ ਖੁਸ਼ੀ ਜੋ ਹੁੰਦੀ ਹੈ ਉਹ ਅਸਲੀ ਖੁਸ਼ੀ ਨਹੀਂ ਹੈ, ਉਹ ਸਿਰਫ ਇੱਕ ਦਿਖਾਵੇ ਮਾਤਰ ਦੀ ਖੁਸ਼ੀ ਹੈ। ਆਰਟੀਫਿਸ਼ੀਅਲ ਲਾਈਫ ਜੀ ਰਹੇ ਹਾਂ ਅਸੀਂ, ਇੱਕ ਦੂਸਰੇ ਦੇ ਨਾਲ ਗੱਲ ਕਰਦੇ ਹਾਂ ਤਾਂ ਵੀ ਅੰਦਰੋਂ ਕੁਛ ਹੋਰ ਚੱਲ ਰਿਹਾ ਹੁੰਦਾ ਔਰ ਬਾਹਰ ਸਾਡੇ ਅਸੀਂ ਦਿਖਾਵੇ ਦੇ ਲਈ ਇੱਕ ਦੂਸਰੇ ਨੂੰ ਸਰਾਹੁੰਦੇ ਹਾਂ, ਇੱਕ ਦੂਸਰੇ ਦੀ ਪ੍ਰੇਜ਼ ਕਰਦੇ ਹਾਂ। ਸੋ ਵੀ ਵਿਲ ਸਟਾਰਟ ਦ ਪੋਇਮ ਟੁਡੇ। Once upon a time, so see the first stanza. Once upon a time, son, they used to laugh with their hearts and laugh with their eyes, but now they only laugh with their teeth. ਪਹਿਲੇ ਕੋਈ ਟਾਈਮ ਸੀਗਾ ਬੇਟਾ ਜਦੋਂ ਕਿ ਲੋਕ ਅਗਰ ਹੱਸਦੇ ਸੀ ਅਤੇ ਫਿਰ ਉਹਨਾਂ ਦਾ ਦਿਲ ਵੀ ਹੱਸਦਾ ਸੀ, ਮੀਨਸ ਦਿਲੋਂ ਇੱਕ ਦੂਸਰੇ ਦੇ ਨਾਲ ਪਿਆਰ ਮੁਹੱਬਤ ਕਰਦੇ ਸੀ। ਐਂਡ ਲਾਫ ਵਿਦ ਦੇਅਰ ਆਈਜ਼, ਉਹਨਾਂ ਦੇ ਅੱਖਾਂ ਦੇ ਵਿੱਚ ਵੀ ਖੁਸ਼ੀ ਹੁੰਦੀ ਸੀ, ਉਹ ਖੁਸ਼ੀ ਦੀ ਝਲਕ ਨਜ਼ਰ ਆ ਜਾਂਦੀ ਸੀ। ਬਟ ਨਾਓ ਦੇ ਓਨਲੀ ਲਾਫ ਵਿਦ ਦੇਅਰ ਟੀਥ, ਲੇਕਿਨ ਹੁਣ ਦੇ ਟਾਈਮ ਅਗਰ ਕੋਈ ਹੱਸਦਾ ਹੈ ਤਾਂ ਸਿਰਫ ਉਹ ਦਿਖਾਵੇ ਲਈ। ਵਾਈਲ ਦੇਅਰ ਆਈਜ਼ ਬਲੌਕ ਕੋਲਡ ਆਈਜ਼, ਇੱਥੇ ਮੈਟਾਫੋਰ ਯੂਜ਼ ਹੋਇਆ ਇੱਕ ਇਮੋਸ਼ਨਲੈਸ ਆਈਜ਼ ਦੀ ਇੱਥੇ ਗੱਲ ਕੀਤੀ, ਜਿਹਦੇ ਵਿੱਚ ਕਿ ਕੋਈ ਇਮੋਸ਼ਨਸ ਨਹੀਂ ਹੈ। ਸਰਚ ਬਿਹਾਈਂਡ ਮਾਈ ਸ਼ੈਡੋ, ਔਰ ਸਿਰਫ ਇਸ ਤਰ੍ਹਾਂ ਉਹ ਸਮਾਈਲ ਮੇਰਾ ਪਿੱਛਾ ਕਰਦੀ ਜਿਵੇਂ ਕਿ ਪਰਛਾਈ ਹੋਵੇ। ਦੈਟ ਮੀਨਸ ਕਿ ਟੈਂਪਰਰੀ ਹਾਸਾ ਹੁੰਦਾ ਹੈ ਲੋਕਾਂ ਦਾ ਔਰ ਸਿਰਫ ਦਿਖਾਵੇ ਲਈ ਹੀ ਲੋਕ ਹੱਸਦੇ ਹੈ ਅੱਜ ਦੇ ਟਾਈਮ। ਔਰ ਜੋ ਚੀਜ਼ ਬਚਪਨ ਦੇ ਵਿੱਚ ਹੁੰਦੀ ਹੈ, ਜੋ ਦਿਲੋਂ ਪਿਆਰ ਹੁੰਦਾ ਆ, ਉਹ ਅੱਜ ਦੇ ਟਾਈਮ ਨਹੀਂ ਹੈ। So see the next stanza. There was a time indeed means ਨਿਸ਼ਚੇ ਹੀ, ਉਹ ਸਮੇਂ ਚੰਗਾ ਸੀ। They used to shake hands, ਇੱਥੇ they word use ਹੋਇਆ for the people of the society, with their hearts. They used to shake hand with their hearts, ਦਿਲੋਂ ਇੱਕ ਦੂਸਰੇ ਦੇ ਨਾਲ ਮਿਲ ਕੇ ਨਿੱਘਾ ਸਵਾਗਤ ਕਰਦੇ ਸੀ। ਬਟ ਦੈਟਸ ਗੋਨ ਸਨ, ਹੁਣ ਉਹ ਸਮੇਂ ਚਲਾ ਗਿਆ। ਨਾਓ ਦੇ ਸ਼ੇਕ ਹੈਂਡਸ ਵਿਦਾਊਟ ਹਾਰਟ ਮੀਨਸ ਵਿਦਾਊਟ ਇਮੋਸ਼ਨ। ਵਾਈਲ ਦੇਅਰ ਲੈਫਟ ਹੈਂਡ ਸਰਚ ਮਾਈ ਐਮਟੀ ਪੋਕਟਸ, ਇੱਕ ਹੱਥ ਬੰਦਾ ਮਿਲਾਉਂਦਾ ਹੈ ਔਰ ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਕਿ ਉਹਦਾ ਬੈਂਕ ਬੈਲੈਂਸ ਕਿੰਨਾ ਹੈ, ਉਹਦੇ ਕੋਲ ਪੈਸਾ ਕਿੰਨਾ ਹੈ। ਅਸੀਂ ਫਾਈਨੈਂਸ਼ੀਅਲ ਸਟੇਟਸ ਦੇਖ ਕੇ ਉਹਦੇ ਨਾਲ ਹੱਥ ਮਿਲਾਉਂਦੇ ਹਾਂ ਜਾਂ ਦੋਸਤੀ ਪਾਉਂਦੇ ਹਾਂ। ਔਰ ਸੀ ਦ ਨੈਕਸਟ ਸਟੈਂਜ਼ਾ ਦੇ ਵਿੱਚ ਪੋਇਟ ਲਿਖਦਾ, ਸੋ feel at home, come again, they say, and when I come again and feel at home once, twice, there will be no thrice, for then I find doors shut on me. ਪੁਰਾਣੇ ਸਮੇਂ ਦੇ ਵਿੱਚ ਅਗਰ ਕੋਈ ਸਾਡੇ ਘਰ ਗੈਸਟ ਆਉਂਦੇ ਸੀ ਅਤੇ ਅਸੀਂ ਬਹੁਤ ਖੁਸ਼ ਹੁੰਦੇ ਸੀ, ਉਹਨਾਂ ਦੀ ਆਓ ਭਗਤ ਕੀਤੀ ਜਾਂਦੀ ਸੀ। ਈਵਨ ਕਿ ਇਹ ਵੀ ਕਿਹਾ ਜਾਂਦਾ ਸੀ ਕਿ ਜੋ ਮਹਿਮਾਨ ਹੈ ਉਹ ਪਰਮਾਤਮਾ ਦਾ ਰੂਪ ਹੈ, ਔਰ ਅਸੀਂ ਉਹਨਾਂ ਨੂੰ ਕੀ ਬੋਲਦੇ ਸੀ ਕਿ ਆਪਣਾ ਹੀ ਘਰ ਸਮਝੋ। ਫੀਲ ਐਟ ਹੋਮ ਮੀਨਸ ਫੀਲ ਕੰਫਰਟੇਬਲ, ਕਮ ਅਗੇਨ, ਫਿਰ ਵੀ ਆਇਓ। ਔਰ ਅਸੀਂ ਜੋ ਇਹ ਗੱਲ ਕਹਿੰਦੇ ਸੀ, ਲੇਕਿਨ ਅੱਜ ਦੇ ਟਾਈਮ ਇੱਕ ਵਾਰੀ ਕੋਈ ਆਉਂਦਾ, ਦੋ ਵਾਰੀ ਆਉਂਦਾ ਔਰ ਤੀਸਰੀ ਵਾਰ ਅਗਰ ਕੋਈ ਦੁਬਾਰਾ ਸਾਡੇ ਘਰ ਆਉਂਦਾ ਅਤੇ ਸਾਡੇ ਦਰਵਾਜ਼ੇ ਉਹਦੇ ਲਈ ਬੰਦ ਮਿਲਦੇ ਹੈ। ਦੈਟ ਮੀਨਸ ਕਿ ਬਾਰ ਆਉਣਾ ਅੱਜ ਕੱਲ੍ਹ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਕਿ ਕੋਈ ਸਾਡੇ ਘਰ ਬਾਰ ਆ ਰਿਹਾ। ਸੋ ਆਈ ਹੈਵ ਲਰਨਡ ਮੈਨੀ ਥਿੰਗਸ ਸਨ, ਇਸ ਕਰਕੇ ਬੇਟਾ ਮੈਂ ਬੜੀਆਂ ਚੀਜ਼ਾਂ ਸਿੱਖੀਆਂ। ਆਈ ਹੈਵ ਲਰਨ ਟੂ ਵੀਅਰ ਮੈਨੀ ਫੇਸਿਸ,
बड़े तरह के चेहरे लगाने मैनू सीख लए मैं, लाइक ड्रैसिज। इत्थे सिमिली यूज़ होया कपड़िਆਂ ਦੇ ਨਾਲ ਚਿਹਰਿਆਂ ਦਾ ਕੰਪੇਅਰ ਕੀਤਾ ਗਿਆ। ਕਿਵੇਂ ਕਿਵੇਂ ਜਿਸ ਤਰ੍ਹਾਂ ਅਸੀਂ ਘਰ ਦੇ ਵਿੱਚ ਹੋਰ ਕੱਪੜੇ ਪਾਉਂਦੇ ਹਾਂ, ਆਫਿਸ 'ਚ ਹੋਰ ਹੈ, ਬਾਹਰ ਘੁੰਮਣ ਹੋਰ, ਕਿਸੇ ਦੇ ਮਹਿਮਾਨ ਜਾਂਦੇ ਹਾਂ ਹੋਰ, ਪਾਰਟੀ 'ਚ ਹੋਰ, ਅਤੇ ਉਸੇ ਤਰੀਕੇ ਦੇ ਨਾਲ ਅਸੀਂ ਆਪਣੇ ਵੱਖ-ਵੱਖ ਚਿਹਰੇ ਅਕੋਰਡਿੰਗ ਟੂ ਟਾਈਮ, ਅਕੋਰਡਿੰਗ ਟੂ ਸਿਚੁਏਸ਼ਨ ਆਪਣੇ ਮੂੰਹ 'ਤੇ ਚੜ੍ਹਾ ਲੈਂਦੇ ਹਾਂ, ਆਪਣੇ ਆਪਣੇ ਫੇਸ ਬਣਾ ਲੈਂਦੇ ਹਾਂ ਉਸ ਤਰ੍ਹਾਂ ਦੇ ਡਿਫਰੈਂਟ, ਔਰ ਵਿਦ ਆਲ ਦੇਅਰ ਕਨਫਰਮਿੰਗ ਸਮਾਈਲਸ। ਔਰ ਉਹਨਾਂ ਚਿਹਰਿਆਂ ਦੇ ਉੱਪਰ ਜੋ ਮੁਸਕਰਾਹਟ ਹੁੰਦੀ ਹੈ ਉਹ ਵਾਸਤਵਿਕ ਨਹੀਂ ਹੁੰਦੀ, ਉਹ ਅਸਲੀ ਨਹੀਂ ਹੁੰਦੀ, ਲਾਈਕ ਅ ਫਿਕਸਡ ਪੋਰਟਰੇਟ ਸਮਾਈਲ। ਇੱਥੇ ਫਿਰ ਸਿਮਿਲੀ ਯੂਜ਼ ਹੋਈ ਹੈ। ਇੱਕ ਫਿਕਸਡ ਪੋਰਟਰੇਟ ਸਮਾਈਲ ਮੀਨਸ ਕਿਸੇ ਤਸਵੀਰ ਦੇ ਉੱਪਰ ਜੋ ਚਿਹਰੇ ਦੇ ਵਿੱਚ ਮੁਸਕਰਾਹਟ ਹੈ, ਉਹ ਮੁਸਕਰਾਹਟ ਅਸੀਂ ਇੱਕ ਇਮੋਸ਼ਨਲੈਸ ਚਿਹਰੇ ਦੇ ਉੱਪਰ ਲੈ ਕੇ ਘੁੰਮਦੇ ਹਾਂ, ਔਰ ਦਿਖਾਵੇ ਲਈ ਹੁੰਦਾ ਹੈ ਸਾਰਾ ਕੁਝ। ਅਤੇ ਇੱਥੇ ਦੋ ਜਗ੍ਹਾ ਸਿਮਿਲੀ ਯੂਜ਼ ਹੋਈ, ਜਿੱਥੇ ਵੀ ਐਜ਼ ਜਾਂ ਲਾਈਕ ਵਰਡ ਦੇ ਨਾਲ ਲਿਖਿਆ ਹੁੰਦਾ ਪੋਇਮ 'ਚ, ਉੱਥੇ ਸਿਮਿਲੀ ਯੂਜ਼ ਹੁੰਦੀ ਹੈ। ਔਰ ਡਿਫਰੈਂਟ ਫੇਸਿਸ ਇਨਸਾਨ ਬਣਾ ਲੈਂਦਾ ਸਿਚੁਏਸ਼ਨ ਦੇ ਹਿਸਾਬ ਦੇ ਨਾਲ, ਟਾਈਮ ਦੇ ਹਿਸਾਬ ਦੇ ਨਾਲ, ਜੋ ਕਿ ਸਿਰਫ ਔਰ ਸਿਰਫ ਆਰਟੀਫਿਸ਼ੀਅਲ ਸਮਾਈਲ ਹੁੰਦੀ ਹੈ। ਐਂਡ ਆਈ ਹੈਵ ਲਰਨ ਟੂ, ਹੋਰ ਕੀ ਸਿੱਖਿਆ ਮੈਂ, ਟੂ ਲਾਫ ਵਿਦ ਓਨਲੀ ਮਾਈ ਟੀਥ। ਸਿਰਫ ਦੰਦਾਂ ਦੇ ਨਾਲ ਹੱਸਣਾ ਮੀਨਸ ਆਰਟੀਫਿਸ਼ੀਅਲ ਹੱਸਣਾ। ਐਂਡ ਸ਼ੇਕ ਹੈਂਡਸ ਵਿਦਆਊਟ ਮਾਈ ਹਾਰਟ, ਔਰ ਹੱਥ ਤਾਂ ਮਿਲਾਇਆ ਜਾਂਦਾ ਲੇਕਿਨ ਦਿਲੋਂ ਕੋਈ ਪਿਆਰ ਨਹੀਂ ਹੁੰਦਾ ਕਿਸੇ ਦੇ ਲਈ। ਆਈ ਹੈਵ ਆਲਸੋ ਲਰਨ ਟੂ ਸੇ ਗੁੱਡ ਬਾਏ, ਔਰ ਫੋਰਮੈਲਿਟੀ ਵਜੋਂ ਅਸੀਂ ਗੁੱਡ ਬਾਏ ਤਾਂ ਇੱਕ ਦੂਸਰੇ ਨੂੰ ਵਿਦਾ ਲੈਣ ਲੱਗੇ ਬੋਲ ਦਿੰਦੇ ਹਾਂ, ਲੇਕਿਨ ਅੰਦਰੋਂ ਅਸੀਂ ਕੀ ਬੋਲਦੇ ਹਾਂ, ਸਾਡਾ ਅੰਦਰੋਂ ਕੀ ਮਤਲਬ ਹੁੰਦਾ, ਵੈਨ ਆਈ ਮੀਨ ਗੁੱਡ ਰਿਡੈਂਸ। ਗੁੱਡ ਰਿਡੈਂਸ ਚੰਗਾ ਹੋਇਆ, ਛੁਟਕਾਰਾ ਹੋ ਗਿਆ, ਇਸ ਤਰੀਕੇ ਨਾਲ ਫੀਲ ਕਰਦੇ ਹਾਂ। ਫਿਰ ਟੂ ਸੇ ਗਲੈਡ ਟੂ ਮੀਟ ਯੂ, ਬੋਲਦੇ ਹਾਂ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ, ਲੇਕਿਨ ਅੰਦਰੋਂ ਕੋਈ ਖੁਸ਼ੀ ਨਹੀਂ ਹੁੰਦੀ, ਵਿਦਾਊਟ ਬੀਇੰਗ ਗਲੈਡ। ਐਂਡ ਟੂ ਸੇ ਇਟਸ ਬੀਨ ਨਾਈਸ ਟਾਕਿੰਗ ਟੂ ਯੂ, ਦੂਸਰਿਆਂ ਨੂੰ ਕਹਿੰਦੇ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ, ਲੇਕਿਨ ਹੋਇਆ ਕੀ ਹੁੰਦਾ ਐਕਚੁਅਲੀ, ਆਫਟਰ ਬੀਇੰਗ ਬੋਰਡ, ਅੰਦਰੋਂ ਅਸੀਂ ਬੁਰੀ ਤਰ੍ਹਾਂ ਉਸ ਇਨਸਾਨ ਦੇ ਨਾਲ ਗੱਲਾਂ ਕਰਕੇ ਬੋਰ ਹੋ ਚੁੱਕੇ ਹੁੰਦੇ ਹਾਂ, ਸਾਡਾ ਮਨ ਅੱਕ ਗਿਆ ਹੁੰਦਾ, ਲੇਕਿਨ ਫਿਰ ਵੀ ਅਸੀਂ ਇਹ ਫੋਰਮੈਲਿਟੀਜ਼ ਦੇ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ। ਅਸੀਂ ਗੁੱਡ ਬਾਏ ਬੋਲਦੇ ਹਾਂ, ਗਲੈਡ ਟੂ ਮੀਟ ਯੂ ਬੋਲਦੇ ਹਾਂ, ਨਾਈਸ ਟੂ ਟਾਕਿੰਗ ਟੂ ਯੂ ਬੋਲਦੇ ਹਾਂ। ਇਹ ਸਾਰੀਆਂ ਗੱਲਾਂ ਸਿਰਫ ਫੋਰਮੈਲਿਟੀਜ਼ ਔਰ ਪਖੰਡ ਦੀ ਤਰ੍ਹਾਂ ਹੀ ਹੈ। ਬਟ ਬਿਲੀਵ ਮੀ ਸਨ, ਲੇਕਿਨ ਮੇਰਾ ਵਿਸ਼ਵਾਸ ਕਰੋ ਬੇਟਾ, ਆਈ ਵੋਂਟ ਟੂ ਬੀ ਵਟ ਆਈ ਯੂਜ਼ ਟੂ ਬੀ, ਲੇਕਿਨ ਮੈਂ ਉਹੀ ਬਣਨਾ ਚਾਹੁੰਦਾ ਜੋ ਮੈਂ ਸੀਗਾ ਵੈਨ ਆਈ ਵਾਜ਼ ਲਾਈਕ ਯੂ, ਜਦੋਂ ਮੈਂ ਤੁਹਾਡੇ ਵਰਗਾ ਸੀ, ਮਤਲਬ ਜੋ ਬਚਪਨ ਦੇ ਵਿੱਚ ਸੀ। ਬਚਪਨ ਦੇ ਵਿੱਚ ਅਨਭੋਲ ਹੁੰਦਾ ਹੈ ਬੱਚਾ, ਜਿਹਨੂੰ ਕਿਸੇ ਵੀ ਪਖੰਡ ਦਾ ਪਤਾ ਨਹੀਂ ਹੈ। ਆਈ ਵੋਂਟ ਟੂ ਅਨਲਰਨ ਆਲ ਦੀਜ਼ ਮਿਊਟਿੰਗ ਥਿੰਗਸ, ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ, ਜੋ ਮਿਊਟਿੰਗ ਵਰਡ ਹੈ ਮੀਨਸ ਸ਼ਾਂਤ, ਖਾਮੋਸ਼ ਹੋਣ ਵਾਲੀਆਂ ਚੀਜ਼ਾਂ ਨੂੰ ਮੈਂ ਅਨਲਰਨ, ਭੁਲਾ ਦੇਣਾ ਚਾਹੁੰਦਾ ਹਾਂ। ਮੋਸਟ ਆਫ ਆਲ ਆਈ ਵੋਂਟ ਟੂ ਰੀਲਰਨ, ਸਾਡੇ ਵਿੱਚੋਂ ਬਹੁਤ ਹੋਣੇ ਜੋ ਦੁਬਾਰਾ ਹੀ ਉਹ ਚੀਜ਼ਾਂ ਸਿੱਖਣਾ ਚਾਹੁੰਦੇ ਆ। ਹਾਊ ਟੂ ਲਾਫ ਫॉर ਮਾਈ ਲਾਫ ਇਨ ਦ ਮਿਰਰ, ਹਰ ਇੱਕ ਕੋਈ ਇਹ ਸਿੱਖਣਾ ਚਾਹੁੰਦਾ ਕਿ ਅਸੀਂ ਪਹਿਲੇ ਕਿੱਦਾਂ ਹੱਸਦੇ ਸੀ, ਔਰ ਜਦੋਂ ਮੈਂ ਆਪਣਾ ਚਿਹਰਾ ਹੱਸਦਿਆਂ ਹੋਇਆਂ ਸ਼ੀਸ਼ੇ ਦੇ ਵਿੱਚ ਦੇਖਦਾ ਤਾਂ ਫਿਰ ਮੈਂ ਕੀ ਦੇਖਦਾ, ਸ਼ੋਜ਼ ਓਨਲੀ ਮਾਈ ਟੀਥ like a snake's bear fangs. Again simile is used in the last line. Snakes bear fangs. Bear fangs means ਸੱਪ ਦੇ ਜ਼ਹਿਰ ਵਾਲੇ ਦੰਦ। ਅਗਰ ਮੈਂ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਹੱਸਦਾ ਦੇਖਦਾ ਤਾਂ ਮੈਨੂੰ ਇਵੇਂ ਲੱਗਦਾ ਜਿੱਦਾਂ ਕੋਈ ਸੱਪ ਆਪਣੇ ਦੰਦਾਂ ਨੂੰ ਲੈ ਕੇ ਕਿਸੇ ਨੂੰ ਡੰਗਣ ਲਈ ਤਿਆਰ ਬੈਠਾ ਹੈ। ਸੋ ਸ਼ੋ ਮੀ ਸਨ ਹਾਊ ਟੂ ਲਾਫ, ਮੈਨੂੰ ਦੱਸੋ ਕਿ ਕਿੱਦਾਂ ਹੱਸੀਦਾ ਹੈ। ਸ਼ੋ ਮੀ ਹਾਊ ਆਈ ਯੂਜ਼ ਟੂ ਲਾਫ ਐਂਡ ਸਮਾਈਲ ਵਨਸ ਅਪੋਨ ਏ ਟਾਈਮ ਵੈਨ ਆਈ ਵਾਜ਼ ਲਾਈਕ ਯੂ। ਅਤੇ ਹੁਣ ਮੈਨੂੰ ਦੱਸੋ ਕਿ ਜਦੋਂ ਮੈਂ ਤੁਹਾਡੇ ਵਰਗਾ ਸੀ ਉਦੋਂ ਮੈਂ ਕਿਸ ਤਰੀਕੇ ਦੇ ਨਾਲ ਹੱਸਦਾ ਸੀ, ਮੈਂ ਕਿਸ ਤਰੀਕੇ ਦੇ ਨਾਲ ਜੀਵਨ ਜਿੰਦਾ ਸੀ। ਅਤੇ ਹੁਣ ਇਸ ਪੋਇਮ ਦੇ ਵਿੱਚ ਸਪੀਕਰ ਕੀ ਬੋਲਦਾ ਹੈ ਕਿ ਮੈਂ ਆਪਣੇ ਬਚਪਨ ਦੀ ਜੋ ਬਿਹੇਵ ਸੀਗਾ ਉਹਨੂੰ ਮਿਸ ਕਰਦਾ ਹਾਂ, ਔਰ ਜੋ ਮੇਰੀ ਹੁਣ ਦੀ ਲਾਈਫ ਹੈ ਉਹ ਸਿਰਫ ਪਾਖੰਡ ਔਰ ਦਿਖਾਵੇ ਦੇ ਨਾਲ ਭਰੀ ਹੋਈ ਹੈ, ਅਤੇ ਮੈਂ ਉਸੇ ਤਰੀਕੇ ਦੇ ਨਾਲ ਬਣਨਾ ਚਾਹੁੰਦਾ ਹਾਂ। ਮੈਂ ਡਬਲ ਫੇਸਡ ਨਹੀਂ ਰਹਿਣਾ ਚਾਹੁੰਦਾ, ਮੈਂ ਹਿਪੋਕਰਾਈਟ ਨਹੀਂ ਬਣਨਾ ਚਾਹੁੰਦਾ। ਮੈਂ ਉਸ ਤਰੀਕੇ ਦੇ ਬਿਹੇਵ ਨੂੰ ਭੁਲਾ ਕੇ ਆਪਣਾ ਬਿਹੇਵ ਉਸੇ ਤਰੀਕੇ ਦੇ ਨਾਲ, ਸਿੰਪਲਿਸਿਟੀ ਦੇ ਨਾਲ ਜੀਣਾ ਚਾਹੁੰਦਾ ਹਾਂ, ਜਿਸ ਤਰ੍ਹਾਂ ਕਿ ਮੈਂ ਆਪਣੇ ਬਚਪਨ ਦੇ ਵਿੱਚ ਜੀਂਦਾ ਸੀ, ਆਪਣੇ ਪਾਸਟ ਦੇ ਵਿੱਚ ਜੀਂਦਾ ਸੀ। ਮੈਂ ਕਿਸੇ ਨੂੰ ਧੋਖਾ ਨਹੀਂ ਦੇਣਾ ਚਾਹੁੰਦਾ। ਆਈ ਡੋਂਟ ਵਾਂਟ ਟੂ ਬਿਟਰੇ ਅਦਰਸ, ਡੋਂਟ ਵਾਂਟ ਟੂ ਚੀਟ ਅਦਰਸ। ਸੋ ਇਸ ਪੋਇਮ ਦੇ ਵਿੱਚ ਜੋ ਵੀ ਡਿਸਕਸ਼ਨ ਹੋਈ ਹੈ, ਥੈਂਕ ਯੂ ਸੋ ਮਚ।